ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਜਿਵੇਂ ਆਪ ਜੀ ਜਾਣਦੇ ਹੋ, ਆਪਾਂ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਇੱਕ ਲੜੀ ਦੇ ਵਿੱਚ ਸਾਂਝੀ ਕਰਦੇ ਆ ਰਹੇ ਹਾਂ। ਪਿਛਲੇ ਹਿੱਸੇ ਵਿੱਚ ਆਪ ਜੀ ਸਰਵਣ ਕਰਕੇ ਆਏ ਹੋ ਪੰਥਕ ਰਹਿਣੀ ਦੇ ਵਿੱਚੋਂ ਪਹਿਲਾ ਅੰਗ ਗੁਰੂ ਪੰਥ, ਉਸ ਦੀ ਆਪਾਂ ਵਿਆਖਿਆ ਜਿੰਨਾ ਕੁ ਆਪਣੇ ਤੋਂ ਹੋ ਪਾਇਆ ਆਪਾਂ ਰਲ ਮਿਲ ਕੇ ਸਾਂਝੀ ਕੀਤੀ ਸੀ। ਕਈ ਨੁਕਤਿਆਂ ਦੇ ਉੱਪਰ ਆਪਾਂ ਗੱਲਬਾਤ ਕੀਤੀ ਤੇ ਇਸ ਹਿੱਸੇ ਵਿੱਚ ਆਪਾਂ ਅੰਮ੍ਰਿਤ ਸੰਸਕਾਰ ਦੇ ਸੰਬੰਧੀ ਗੱਲ ਕਰਨੀ ਹੈ। ਸਮੇਂ 'ਚ ਰਹਿੰਦਿਆਂ ਆਪਾਂ ਜਿੰਨਾ ਕਰ ਸਕੇ ਉਹਨਾਂ ਕਰਾਂਗੇ, ਬਾਕੀ ਆਪਾਂ ਅਗਲੇ ਹਿੱਸੇ ਵਿੱਚ ਉਸ ਦੀ ਵਿਚਾਰ ਕਰ ਲਵਾਂਗੇ ਜੀ। ਸੋ ਆਓ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਮੈਂ ਜਸਵਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ। ਫਤਿਹ ਦੀ ਸਾਂਝ ਆਪਸ ਵਿੱਚ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੱਖ-ਵੱਖ ਧਰਮਾਂ ਦੇ ਵਿੱਚ ਧਰਮ ਪ੍ਰਵੇਸ਼ ਕਰਨ ਦੇ ਲਈ ਉਹਨਾਂ ਨੇ ਆਪੋ ਆਪਣੀ ਮਰਿਆਦਾ ਬਣਾਈ ਹੋਈ ਹੈ। ਹਿੰਦੂ ਧਰਮ ਦੇ ਵਿੱਚ ਜਨੇਊ ਪਾਇਆ ਜਾਂਦਾ ਆ, ਉਹਦੀ ਬਾਕਾਇਦਾ ਇੱਕ ਉਮਰ ਨਿਰਧਾਰਿਤ ਕੀਤੀ ਗਈ ਹੈ। ਬ੍ਰਾਹਮਣ ਨੂੰ ਇਸ ਉਮਰ 'ਚ ਪਾਇਆ ਜਾਣਾ, ਖੱਤਰੀ ਨੂੰ ਇਸ ਉਮਰ 'ਚ, ਵੈਸ਼ ਤੇ ਸ਼ੂਦਰਾਂ ਲਈ ਤਾਂ ਵੈਸੇ ਹੈ ਹੀ ਨਹੀਂ ਆ, ਵੈਸ਼ਾਂ ਲਈ ਤੇ ਉਹਨਾਂ ਨੇ ਉਹ ਉਮਰ ਦੀ ਸੀਮਾ ਨੂੰ ਨਿਰਧਾਰਿਤ ਕੀਤਾ ਹੋਇਆ 9 ਸਾਲ, 11 ਸਾਲ ਤੇ 13 ਸਾਲ ਤਰਤੀਬ ਦੇ ਵਿੱਚ। ਇਵੇਂ ਹੀ ਇਸਲਾਮ ਦੇ ਵਿੱਚ ਉਹ ਸੁੰਨਤ ਕਰਦੇ ਆ ਤੇ ਸੁੰਨਤ ਕਰਕੇ ਮੌਲਵੀ ਸਾਹਿਬ ਕਲਮਾ ਪੜ੍ਹਦੇ ਆ ਤੇ ਫਿਰ ਉਹ ਧਰਮ ਪ੍ਰਵੇਸ਼ ਕਰਵਾਉਂਦੇ ਆ। ਈਸਾਈਅਤ ਦੇ ਵਿੱਚ ਬੈਪਟਾਈਜ਼ ਕੀਤਾ ਜਾਂਦਾ, ਬਪਤਿਸਮਾ ਦਿੱਤਾ ਜਾਂਦਾ ਤੇ ਫਿਰ ਧਰਮ ਪ੍ਰਵੇਸ਼ ਕਰਵਾਇਆ ਜਾਂਦਾ ਆ। ਤੇ ਸਿੱਖ ਧਰਮ ਦੇ ਵਿੱਚ ਧਰਮ ਪ੍ਰਵੇਸ਼ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਅੰਮ੍ਰਿਤ ਸੰਸਕਾਰ। ਖੰਡੇ ਕੀ ਪਹੁਲ ਧਾਰਨ ਕਰਨੀ ਤੇ ਖੰਡੇ ਕੀ ਪਹੁਲ ਪੰਜ ਪਿਆਰੇ ਸਾਹਿਬਾਨ ਦੇ ਵੱਲੋਂ ਬਿਨਾਂ ਭੇਦਭਾਵ ਤੋਂ ਸੰਗਤ ਨੂੰ ਵੰਡੀ ਜਾਂਦੀ ਆ। ਬਾਕੀ ਧਰਮਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੇ ਨਹੀਂ, ਪਰ ਵਧੇਰੇ ਕਰਕੇ ਔਰਤ ਨੂੰ ਧਰਮ ਪ੍ਰਵੇਸ਼ ਨਹੀਂ ਕਰਵਾਇਆ ਜਾਂਦਾ, ਭਾਵੇਂ ਜਨੇਊ ਪਾਉਣਾ ਹੋਵੇ। ਸੁੰਨਤ ਤੇ ਵੈਸੇ ਉਹ ਹੁੰਦੀ ਹੈ ਪੁਰਸ਼ ਦੀ ਆ। ਇੱਦਾਂ ਹੀ ਗੁਰਬਾਣੀ ਨੇ ਕਈ ਥਾਵਾਂ ਦੇ ਉੱਪਰ ਗੱਲਾਂ ਸਵਾਲ ਵੀ ਕੀਤੇ ਆ, ਹੈ ਨਾ, ਸੁੰਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕੀਤੇ। ਸੋ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇਹ ਸਵਾਲ ਚੁੱਕੇ ਗਏ ਨੇ। ਸਿੱਖ ਧਰਮ ਦੇ ਵਿੱਚ ਜਦੋਂ ਧਰਮ ਪ੍ਰਵੇਸ਼ ਕਰਵਾਇਆ ਜਾਂਦਾ, ਅੰਮ੍ਰਿਤ ਛਕਾਇਆ ਜਾਂਦਾ, ਉੱਥੇ ਮਾਈ ਅਤੇ ਭਾਈ, ਮਾਈਆਂ ਤੇ ਭਾਈਆਂ ਦੋਵਾਂ ਨੂੰ ਇਕੱਠਿਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਆ। ਉੱਥੇ ਇਹ ਨਹੀਂ ਹੈ ਵੀ ਮਾਈਆਂ ਨੂੰ ਵੱਖਰਾ ਕਿਸੇ ਹੋਰ ਤਰੀਕੇ ਨਾਲ ਕੋਈ ਘੱਟ ਚੀਜ਼ਾਂ ਪਾ ਕੇ ਛਕਾਇਆ ਜਾਣਾ, ਨਹੀਂ। ਇੱਕੋ ਹੀ ਜਗ੍ਹਾ ਦੇ ਉੱਪਰ ਮਾਈਆਂ ਅਤੇ ਭਾਈਆਂ ਦੋਵਾਂ ਨੂੰ ਪੰਜ ਪਿਆਰੇ ਸਾਹਿਬਾਨ ਦੇ ਜਥੇ ਦੇ ਵੱਲੋਂ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਧਰਮ ਦੇ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ। ਸੋ ਇਹ ਅੰਮ੍ਰਿਤ ਛਕਣਾ ਇਹ ਧਰਮ ਪ੍ਰਵੇਸ਼ ਆ, ਪ੍ਰਵੇਸ਼ ਦੁਆਰਾ ਆ ਸਿੱਖ ਧਰਮ ਦਾ। ਤੇ ਇੱਥੋਂ ਜੇ ਤੁਸੀਂ ਗੁਜ਼ਰ ਗਏ ਹੋ ਤਾਂ ਇੱਥੇ ਤੁਸੀਂ ਖੜ ਨਹੀਂ ਜਾਣਾ। ਬਾਕੀ ਤੇ ਸਭ ਇਸ ਤੋਂ ਅਗਲੀ ਮਰਿਆਦਾ ਹੈਗੀ ਆ। ਜਿੱਦਾਂ ਬੱਚੇ ਦਾ ਦਾਖਲਾ ਕਰਾਇਆ ਜਾਂਦਾ ਸਕੂਲ 'ਚ ਨਾ, ਤੁਸੀਂ ਕਰਾ ਦਿੰਦੇ ਆ ਤੇ ਫਿਰ ਮੁੜ ਕੇ ਇਹ ਥੋੜ੍ਹੀ ਵੀ ਦਾਖਲਾ ਹੀ ਸਭ ਕੁਛ ਹੁੰਦਾ। ਬਾਕੀ ਤੇ ਅੱਗੇ ਉਹਨੇ ਸਟੱਡੀ ਕਰਨੀ ਹੈ, ਪੜ੍ਹਨਾ, ਉਹਨੇ ਮਿਹਨਤ ਕਰਨੀ ਆ, ਆਪ ਪਰਚਾ ਪੈਣਾ ਤੇ ਉਹਦੇ 'ਚ ਫਿਰ ਵੇਖਿਆ ਜਾਣਾ ਵੀ ਕਿੰਨੇ ਕੁ ਨੰਬਰ ਲੈ ਕੇ ਆਉਂਦਾ। ਦਾਖਲਾ ਲੈ ਲਿਆ ਸਿੱਖ ਧਰਮ ਦੇ ਵਿੱਚ, ਅੰਮ੍ਰਿਤ ਛਕ ਲਿਆ, ਬਾਕੀ ਤੇ ਸਾਰੀ ਜ਼ਿੰਦਗੀ ਪਈ ਆ। ਹੁਣ ਕਮਾਈ ਕਰਨੀ ਹੈ, ਮਿਹਨਤ ਕਰਨੀ ਆ, ਗੁਰਬਾਣੀ ਦਾ ਅਭਿਆਸ ਕਰਨਾ, ਸਿੱਖ ਵਿਸ਼ਵਾਸਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਤੇ ਧਾਰਨ ਕਰਨ ਤੋਂ ਬਾਅਦ ਫਿਰ ਵੇਖਿਆ ਜਾਏਗਾ ਬਈ ਇਹ ਕਿੰਨਾ ਕੁ ਸਫਲ ਹੋਇਆ ਤੇ ਕਿੰਨਾ ਕੁ ਪਰਚੇ ਦੇ ਵਿੱਚੋਂ ਅਸਫਲ ਹੋਇਆ ਹੈ। ਤੇ ਪਰਚੇ ਪੈਂਦੇ ਹੀ ਰਹਿੰਦੇ ਨੇ, ਕਦੀ ਖੁਸ਼ੀ ਦਾ ਸਮਾਂ ਹੁੰਦਾ ਉਦੋਂ ਪਰਖਿਆ ਜਾਂਦਾ ਆ, ਕਦੀ ਗਮ ਦਾ ਸਮਾਂ ਆਉਂਦਾ ਉਦੋਂ ਪਰਖਿਆ ਜਾਂਦਾ। ਸਮੇਂ-ਸਮੇਂ ਤੇ ਸਾਡੀ ਜ਼ਿੰਦਗੀ 'ਚ ਪਰਚੇ ਪੈਂਦੇ ਰਹਿਣੇ ਆ। ਸੋ ਅੰਮ੍ਰਿਤ ਸੰਸਕਾਰ ਦੀ ਦੂਜੀ ਮੈਂ ਇਹਦੇ ਸੰਬੰਧ 'ਚ ਗੱਲ ਕਰ ਲਵਾਂ। ਸਿੱਖ ਧਰਮ ਬੜਾ ਖੁੱਲ੍ਹਦਿਲਾ ਧਰਮ ਆ। ਇੱਥੇ ਹੋਰਨਾਂ ਧਰਮਾਂ ਦੇ ਵਾਂਗ ਜੋ ਧਰਮ ਪ੍ਰਵੇਸ਼ ਆ ਉਹ ਇੱਦਾਂ ਨਹੀਂ ਆ ਬਈ ਕੰਨ 'ਚ ਫੂਕ ਮਾਰ ਕੇ ਕਰਵਾਇਆ ਜਾਂਦਾ, ਹੈ ਨਾ। ਇਹ ਵੀ ਨਹੀਂ ਹੈ ਬਈ ਇੱਦਾਂ ਕੰਨ ਕੋਲ ਮੂੰਹ ਲਾ ਕੇ ਕੋਈ ਮੰਤਰ ਦਿੱਤਾ ਜਾਂਦਾ ਤੇ ਫਿਰ ਆਖਿਆ ਜਾਂਦਾ ਵੀ ਜੇ ਤੂੰ ਫਲਾਣੇ ਨੂੰ ਦੱਸ ਦਿੱਤਾ ਤਾਂ ਤੇਰਾ ਜਿਹੜਾ ਹੈਗਾ ਇਹ ਮੰਤਰ ਜਾਊਗਾ, ਅਨਰਥ ਹੋ ਜੂ, ਤੈਨੂੰ ਪਾਪ ਲੱਗੂ। ਇੱਦਾਂ ਦੀਆਂ ਕੋਈ ਗੱਲਾਂ ਬਾਤਾਂ ਨਹੀਂ। ਨਾ ਤਾਂ ਕੰਨ 'ਚ ਮੰਤਰ ਪੜ੍ਹਿਆ ਜਾਂਦਾ ਆ, ਨਾ ਪਾਣੀ 'ਚ ਫੂਕ ਮਾਰ ਕੇ ਉਹ ਪਿਲਾਇਆ ਜਾਂਦਾ ਆ, ਠੀਕ ਹੈ ਜੀ। ਤੇ ਨਾ ਇੱਥੇ ਇਹ ਹੈਗਾ ਵੀ ਜੇ ਇੱਕ ਨੇ ਛਕਿਆ ਉਹਨੇ ਦੂਜੇ ਨੂੰ ਦੱਸਣਾ ਕੋਈ ਨਹੀਂ। ਇਹ ਗੱਲਾਂ ਬਾਤਾਂ ਨਹੀਂ। ਸਗੋਂ ਸਿੱਖ ਧਰਮ ਤੇ ਇਹਨਾਂ ਫਰਾਖ ਦਿਲ ਧਰਮ ਆ। ਮੈਂ ਤੁਹਾਨੂੰ ਦਿਖਾਉਣ ਲੱਗਿਆ ਸੀ SGPC ਨੇ ਰਹਿਤ ਮਰਿਆਦਾ ਦੇ ਵਿੱਚ ਬਾਕਾਇਦਾ ਅੰਮ੍ਰਿਤ ਸੰਸਕਾਰ, ਇਹਦੀ ਸਾਰੀ ਮਰਿਆਦਾ ਲਿਖ ਕੇ ਦੱਸੀ ਹੋਈ ਆ। ਕੋਈ ਵੀ ਇਹਨੂੰ ਪੜ੍ਹ ਸਕਦਾ ਤੇ ਪੜ੍ਹ ਕੇ ਹਰ ਕੋਈ ਜਾਣ ਸਕਦਾ ਵੀ ਅੰਮ੍ਰਿਤ ਕਿਵੇਂ ਤਿਆਰ ਹੁੰਦਾ ਤੇ ਕਿਵੇਂ ਛਕਾਇਆ ਜਾਂਦਾ। ਇਹ ਇੰਨੀ ਮਹਾਨ, ਇੰਨੀ ਖੁੱਲ੍ਹ ਦਿਲੀ ਕਿਸੇ ਥਾਂ ਤੇ ਮਿਲ ਸਕਦੀ ਹੈ ਤੁਹਾਨੂੰ।
ਕੰਨਾਂ 'ਚ ਹੂਕਾਂ ਮਾਰਨ ਵਾਲੇ ਜਿਹੜੇ ਕਹਿੰਦੇ ਵੀ ਕਿਸੇ ਨੂੰ ਦੱਸਣਾ ਨਹੀਂ ਤੈਨੂੰ ਕੀ ਮੰਤਰ ਦ੍ਰਿੜ ਕਰਵਾਇਆ ਗਿਆ, ਫਿਰ ਇਹ ਮੰਤਰ ਤੇਰੇ ਕੋਲ ਨਹੀਂ ਰਹਿਣਾ, ਅੱਗੇ ਚਲਿਆ ਜਾਣਾ, ਇੱਦਾਂ ਦੀਆਂ ਗੱਲਾਂ ਬਾਤਾਂ ਨਹੀਂ ਨੇ। ਸੋ ਇਹ ਚੇਤਾ ਰੱਖਣਾ, ਮਾਈਆਂ ਅਤੇ ਭਾਈਆਂ ਨੂੰ ਬਰਾਬਰ ਛਕਾਇਆ ਜਾਂਦਾ, ਸਮਾਨਤਾ ਸਾਂਝੀਵਾਲਤਾ ਦਾ ਪ੍ਰਤੀਕ ਆ, ਅਤੇ ਓਪਨਲੀ ਦੱਸਿਆ ਜਾਂਦਾ ਵੀ ਕਿਵੇਂ ਛਕਾਇਆ ਜਾਂਦਾ। ਪਰ ਹਾਂ, ਜਿੱਥੇ ਛਕਾਇਆ ਜਾਂਦਾ ਉਸ ਜਗ੍ਹਾ ਦੇ ਉੱਪਰ ਉਹਨੂੰ ਪਬਲਿਕ ਦੇ ਲਈ ਨਹੀਂ ਖੋਲ੍ਹਿਆ ਜਾਂਦਾ ਜਿੰਨਾ ਸਮਾਂ ਅੰਮ੍ਰਿਤ ਸੰਸਕਾਰ ਦਾ ਕਾਰਜ ਚੱਲਦਾ ਹੁੰਦਾ ਆ, ਤਾਂ ਕਿ ਉੱਥੇ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਪਵੇ, ਇਕਾਗਰਤਾ ਬਣੀ ਰਹੇ। ਕਿਉਂਕਿ ਧਰਮ ਪ੍ਰਵੇਸ਼ ਕਰ ਰਹੇ ਨੇ, ਧਰਮ ਪ੍ਰਵੇਸ਼ ਕਰਨ ਵਾਲੇ ਇਕਾਗਰਤਾ ਉੱਥੇ ਅਤਿਅੰਤ ਲਾਜ਼ਮੀ ਹੈ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ ਜੀ। ਅੰਮ੍ਰਿਤ ਸੰਸਕਾਰ ਪੰਥਕ ਰਹਿਣੀ ਦਾ ਦੂਜਾ ਹਿੱਸਾ, ਇਹਦੇ ਅੰਤਰਗਤ ਪੰਨਾ ਨੰਬਰ 27 ਹੈ ਮੇਰੇ ਉੱਪਰ। ਊੜਾ, ਅੰਮ੍ਰਿਤ ਛਕਾਉਣ ਲਈ ਇੱਕ ਖਾਸ ਅਸਥਾਨ ਦਾ ਪ੍ਰਬੰਧ ਹੋਵੇ, ਉੱਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ। ਊੜੇ ਦੇ ਵਿੱਚ ਇਹ ਲਿਖਿਆ ਗਿਆ ਵੀ ਅੰਮ੍ਰਿਤ ਛਕਾਉਣ ਲਈ ਪ੍ਰਬੰਧ ਜਿਹੜਾ ਕਰਨਾ ਤੁਸੀਂ ਦਰਬਾਰ ਸਾਹਿਬ 'ਚ ਕਰਨਾ, ਕਿਸੇ ਵੱਖਰੇ ਹਾਲ 'ਚ ਗੈਦਰਿੰਗ ਕਰਨੀ ਆ, ਜਾਂ ਓਪਨ ਕਿਸੇ ਥਾਂ ਦੇ ਉੱਪਰ ਜਗ੍ਹਾ 'ਤੇ ਅੰਮ੍ਰਿਤ ਸੰਚਾਰ ਕਰਨਾ, ਕੋਈ ਕਨਾਤ ਲਾ ਕੇ ਟੈਂਟ ਲਾ ਕੇ ਉੱਥੇ ਇੱਕ ਸੈਪਰੇਟ ਕਰਨਾ, ਉੱਥੇ ਆਮ ਲੋਕਾਂ ਦਾ ਲਾਂਘਾ ਨਾ ਹੋਵੇ। ਇਹ ਆਪਾਂ ਹੁਣੇ ਗੱਲ ਕਰਕੇ ਹਟਿਆ। ਆਮ ਲੋਕਾਂ ਦੇ ਲਾਂਘੇ ਤੋਂ ਭਾਵ ਇਹ ਨਹੀਂ ਹੈ ਵੀ ਇੱਦਾਂ ਕੰਨ 'ਚ ਫੂਕ ਮਾਰ ਕੇ, ਨਹੀਂ ਨਹੀਂ ਨਹੀਂ। ਆਮ ਲੋਕਾਂ ਦੇ ਲਾਂਘੇ ਤੋਂ ਭਾਵ ਹੈ ਵੀ ਉਹ ਜਗ੍ਹਾ ਸੁਰੱਖਿਅਤ ਹੋਵੇ, ਉਸ ਜਗ੍ਹਾ ਦੇ ਉੱਪਰ ਅੰਮ੍ਰਿਤ ਛਕਣ ਵਾਲੇ, ਧਰਮ ਪ੍ਰਵੇਸ਼ ਕਰਨ ਵਾਲੇ ਅਭਿਲਾਖੀ ਜਿਹੜੇ ਹੈਗੇ ਆ, ਪੂਰਨ ਇਕਾਗਰਤਾ ਦੇ ਨਾਲ ਉਹ ਉੱਥੇ ਆਉਣ ਅਤੇ ਆ ਕੇ ਪੰਜ ਪਿਆਰੇ ਸਾਹਿਬਾਨ ਵੱਲੋਂ ਦੱਸੀ ਜਾਣ ਵਾਲੀ ਮਰਿਆਦਾ ਦਾ ਇੱਕ ਇੱਕ ਪੁਆਇੰਟ ਬੜੇ ਧਿਆਨ ਨਾਲ ਸੁਣਨ। ਕਿਉਂਕਿ ਉਹ ਧਰਮ ਪ੍ਰਵੇਸ਼ ਕਰਨ ਲੱਗੇ ਆ, ਤਾਂ ਇਹ ਤਾਂ ਹੈ ਨਹੀਂ ਵੀ ਤੁਸੀਂ 1 ਘੰਟੇ 'ਚ 2 ਘੰਟਿਆਂ 'ਚ ਕਰੋ ਅਤੇ ਕਰਕੇ ਮੁੜ ਆਵੋ। ਇੱਕ ਇੱਕ ਜਿਹੜੀ ਸਿੱਖ ਰਹਿਤ ਮਰਿਆਦਾ ਆ ਨਾ, ਇੱਕ ਇੱਕ ਟੌਪਿਕ ਇਹਦਾ ਬਾਖੂਬੀ ਤੁਸੀਂ ਦ੍ਰਿੜ ਕਰਵਾਉਣਾ ਹੁੰਦਾ, ਸੁਣਨਾ ਹੁੰਦਾ ਅਤੇ ਸੁਣਾਉਣਾ ਹੁੰਦਾ। ਹੁਣ ਕਈਆਂ ਥਾਵਾਂ 'ਤੇ ਵੇਖਣ ਵਿੱਚ ਆਇਆ, ਕਈ ਲੋਕ ਕਹਿ ਵੀ ਦਿੰਦੇ ਆ ਜੀ ਅੰਮ੍ਰਿਤ ਛਕਾਉਣ ਨੂੰ ਟਾਈਮ ਬਹੁਤ ਲਾ ਦਿੰਦੇ ਆ, 4-5 ਘੰਟੇ। ਕੋਈ ਗੱਲ ਨਹੀਂ, ਤੁਸੀਂ ਧਰਮ ਪ੍ਰਵੇਸ਼ ਕਰ ਰਹੇ ਆ ਅਤੇ ਤੁਹਾਨੂੰ ਧਰਮ ਦੀ ਮਰਿਆਦਾ ਬਾਰ-ਬਾਰ ਦ੍ਰਿੜ ਕਰਵਾਈ ਜਾ ਰਹੀ ਆ। ਉੱਥੇ ਸਗੋਂ ਪੰਜ ਪਿਆਰੇ ਸਾਹਿਬਾਨ ਨੂੰ ਵੀ ਇਹ ਬੇਨਤੀ ਆ ਵੀ ਬਾਰ-ਬਾਰ ਪੁੱਛਿਆ ਜਾਏ, ਜਿਹੜੀ ਗੱਲ ਤੁਹਾਨੂੰ ਅਸੀਂ ਦੱਸੀ ਹੈ ਤੁਹਾਨੂੰ ਸਮਝ ਆ ਗਈ, ਤੁਹਾਡਾ ਕੋਈ ਸਵਾਲ ਤਾਂ ਨਹੀਂ ਇਹਨੂੰ ਲੈ ਕੇ? ਜੇ ਕੋਈ ਸਵਾਲ ਹੈ ਤਾਂ ਕਰੋ, ਕਿਉਂਕਿ ਅੱਜ ਤੁਸੀਂ ਧਰਮ ਪ੍ਰਵੇਸ਼ ਕਰਨ ਲੱਗੇ ਆ। ਜੇ ਅੱਜ ਤੁਸੀਂ ਆਪਣੇ ਮਨ ਵਿੱਚ ਕੋਈ ਸ਼ੰਕਾ ਲੈ ਕੇ ਚਲੇ ਗਏ, ਸਵਾਲ ਲੈ ਕੇ ਚਲੇ ਗਏ, ਉਹਦਾ ਸਲਿਊਸ਼ਨ ਕਿੱਥੋਂ ਲੱਭੋਗੇ? ਅੱਜ ਤੇ ਪੰਜ ਪਿਆਰੇ ਸਾਹਿਬਾਨ ਦੇ ਸਨਮੁਖ ਹੈਗੇ ਆ ਤੁਸੀਂ। ਉਹਨਾਂ ਜੇ ਕੋਈ ਮਨ 'ਚ ਸ਼ੰਕਾ ਹੋਵੇ, ਸਵਾਲ ਹੋਵੇ, ਜਦੇ ਪੁੱਛ ਲਿਆ ਜਾਣਾ ਚਾਹੀਦਾ ਆ। ਇਸ ਲਈ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਛੇਤੀ ਛੇਤੀ ਕੰਮ ਨਿਪਟਾਇਆ ਜਾਵੇ। ਕਈਆਂ ਥਾਵਾਂ 'ਤੇ ਇਹ ਵੀ ਸੁਣਨ ਵਿੱਚ ਆਇਆ ਵੀ ਕੀਤਾ ਜਾਂਦਾ ਵੀ ਘੰਟਾ ਲਾਇਆ ਜੀ, 1.5 ਘੰਟਾ ਲਾਇਆ ਜੀ। ਠੀਕ ਹੈ ਭਾਈ, ਤੁਸੀਂ ਸਾਰਾ ਕੀਤਾ ਤਿਆਰ ਹੈ ਨਾ, ਬਾਣੀਆਂ ਪੜ੍ਹੀਆਂ, 5 ਬਾਣੀਆਂ ਜਦੋਂ ਆਰਾਮ ਨਾਲ ਪੜ੍ਹੀਆਂ ਜਾਂਦੀਆਂ ਉਸ ਨੂੰ 45-50 ਮਿੰਟ ਲੱਗ ਜਾਂਦੇ ਆ। ਫਿਰ ਅਰਦਾਸ ਬੇਨਤੀ ਕਰਨੀ, ਸਮਾਨ ਇਕੱਤਰ ਕਰਨਾ, ਸੰਗਤ ਨੂੰ ਛਕਾਉਣਾ ਵੀ ਹੈ, ਜਿਹੜੇ ਇਕੱਠੇ ਹੋਏ ਉਹਨਾਂ ਨੂੰ ਮਰਿਆਦਾ ਵੀ ਦੱਸਣੀ ਹੈ। ਇਹ ਸਾਰੇ ਪ੍ਰੋਸੈਸ ਨੂੰ ਸਮਾਂ 'ਤੇ ਲੱਗਦਾ। ਇਸ ਲਈ ਉਸ ਜਗ੍ਹਾ ਦੇ ਉੱਪਰ ਜਿੱਥੇ ਇਹ ਕਾਰਜ ਕੀਤਾ ਜਾਣਾ, ਆਮ ਲੋਕਾਂ ਦੀ ਉੱਥੇ ਆਵਾਜਾਈ ਨਾ ਹੋਵੇ। ਕਿਉਂਕਿ ਜਿਹੜੇ ਅੰਮ੍ਰਿਤ ਅਭਿਲਾਖੀ ਨੇ, ਜਿਹੜੇ ਧਰਮ ਪ੍ਰਵੇਸ਼ ਕਰਨ ਆਏ ਨੇ, ਉਹਨਾਂ ਦੀ ਪੂਰੀ ਇਕਾਗਰਤਾ ਬਣੀ ਹੋਵੇ। ਇੱਕ ਇੱਕ ਗੱਲ ਜੋ ਦੱਸੀ ਜਾ ਰਹੀ ਹੈ ਪੰਜ ਪਿਆਰੇ ਸਾਹਿਬਾਨ ਦੇ ਵੱਲੋਂ, ਉਹਨੂੰ ਐਨ ਧਿਆਨ ਨਾਲ ਸੁਣਿਆ ਜਾਏ, ਸਮਝਿਆ ਜਾਏ। ਜੇ ਕਿਤੇ ਲੱਗਦਾ ਵੀ ਗੱਲ ਕੈਚ ਨਹੀਂ ਹੋਈ, ਧਿਆਨ ਖਿੰਡ ਗਿਆ ਸੀ, ਸਮਝ ਨਹੀਂ ਪਈ, ਤਾਂ ਦੁਬਾਰਾ ਪੁੱਛ ਲਿਆ ਜਾਏ, ਉਹਦੇ 'ਚ ਕੋਈ ਹਰਜ ਨਹੀਂ ਆ। ਸੋ ਆਮ ਲੋਕਾਂ ਦਾ ਉੱਥੇ ਲਾਂਘਾ ਨਾ ਹੋਵੇ। ਦੂਜੀ ਗੱਲ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ 6 ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ 'ਚੋਂ ਇੱਕ ਤਾਬਿਆ ਬੈਠੇ ਅਤੇ ਬਾਕੀ 5 ਅੰਮ੍ਰਿਤ ਛਕਾਉਣ ਲਈ ਹੋਣ। ਇਹਨਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ। ਇਹਨਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਇਹ ਐੜਾ ਪੁਆਇੰਟ ਆ। ਜਿਸ ਜਗ੍ਹਾ 'ਤੇ ਅੰਮ੍ਰਿਤ ਸੰਚਾਰ ਕਰਨਾ, ਉਸ ਜਗ੍ਹਾ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਏ। ਪ੍ਰਕਾਸ਼ ਕਰਨ ਦਾ ਵਿਧੀ ਵਿਧਾਨ ਆਪਾਂ ਪਹਿਲਾਂ ਸਾਂਝਾ ਕਰ ਆਏ ਹਾਂ, ਉਹ ਤੁਸੀਂ ਉੱਥੋਂ ਸੁਣ ਸਕਦੇ ਹੋ ਜਾ ਕੇ। ਪ੍ਰਕਾਸ਼ ਕੀਤਾ ਹੋਵੇ ਅਤੇ ਘੱਟੋ ਘੱਟ 6 ਜਣੇ ਹਾਜ਼ਰ ਹੋਣ, ਤਿਆਰ ਬਰ ਤਿਆਰ, ਜਿਨ੍ਹਾਂ ਨੇ ਛਕਾਉਣਾ। ਛਕਣ ਵਾਲੇ ਕਿੰਨੇ ਵੀ ਹੋ ਸਕਦੇ ਆ, ਛਕਾਉਣ ਵਾਲੇ ਘੱਟੋ ਘੱਟ 6 ਹੋਣ। ਇਹ ਭਾਈ ਵੀ ਹੋ ਸਕਦੇ ਆ, ਮਾਈਆਂ ਵੀ ਹੋ ਸਕਦੀਆਂ ਨੇ, ਅਤੇ ਦੋਵਾਂ ਦਾ ਇੱਕ ਕਾਮਨ ਜਥਾ ਵੀ ਹੋ ਸਕਦਾ ਆ। ਭਾਈ ਅਤੇ ਮਾਈ ਇਕੱਠੇ ਵੀ 6 ਜਣਿਆਂ ਦੇ ਰੂਪ ਦੇ ਵਿੱਚ ਸਾਰਾ ਕਾਰਜ ਕਰ ਸਕਦੇ ਨੇ। ਲਿਖਿਆ ਹੋਇਆ ਇੱਥੇ, ਆਗਿਆ ਦਿੱਤੀ ਗਈ ਹੈ। ਘੱਟੋ ਘੱਟ 6 ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ 'ਚੋਂ ਇੱਕ ਤਾਬਿਆ ਬੈਠੇ। ਇੱਕ ਸਿੰਘ ਨੇ, ਗੁਰੂ ਸਾਹਿਬ ਦੀ ਮਾਈ ਨੇ ਜਾਂ ਭਾਈ ਨੇ ਤਾਬੇ ਬੈਠਣਾ, ਚੌਰ ਸਾਹਿਬ ਦੀ ਸੇਵਾ ਕਰਨੀ, ਅਤੇ 5 ਸਿੱਖ ਜਿਹੜੇ ਹਨ ਉਹਨਾਂ 5 ਨੇ ਅੰਮ੍ਰਿਤ ਛਕਾਉਣਾ ਆ।
ਠੀਕ ਹੈ ਜੀ। ਇਹਨਾਂ 'ਚ ਸਿੰਘਣੀਆਂ ਵੀ ਹੋ ਸਕਦੀਆਂ ਨੇ। ਤੇ ਇਹਨਾਂ ਸਾਰਿਆਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਕੇਸੀ ਇਸ਼ਨਾਨ ਕਰਕੇ ਸਿਰ ਤੇ ਆਪਣੀ ਦਸਤਾਰ ਸਜਾਈ ਹੋਵੇ। ਈੜੀ, ਪੰਜ ਪਿਆਰਿਆਂ ਵਿੱਚੋਂ ਕੋਈ ਵੀ ਅੰਗਹੀਣ, ਅੰਨਾ, ਕਾਣਾ, ਲੰਘਾ, ਲੂਲਾ ਜਾਂ ਦੀਰਘ ਰੋਗ ਵਾਲਾ ਨਾ ਹੋਵੇ। ਕੋਈ ਤਨਖਾਹੀਆ ਨਾ ਹੋਵੇ। ਸਾਰੇ ਤਿਆਰ ਬਰ ਤਿਆਰ ਦਰਸ਼ਨੀ ਸਿੰਘ ਹੋਣ। ਪੰਜ ਪਿਆਰਿਆਂ ਦੇ ਵਿੱਚ ਕੋਈ ਅੰਗਹੀਣ ਨਹੀਂ ਹੋਣਾ ਚਾਹੀਦਾ। ਹੁਣ ਅੰਗਹੀਣ ਹੋਣ ਤੋਂ ਭਾਵ ਇਹ ਨਹੀਂ ਆ ਬਈ ਅੰਗਹੀਣਾਂ ਨਾਲ ਨਫ਼ਰਤ ਕੀਤੀ ਜਾਂਦੀ ਹੈ, ਨਹੀਂ ਭਾਈ। ਜ਼ਿੰਦਗੀ 'ਚ ਕੋਈ ਹਾਦਸਾ ਵਾਪਰਿਆ, ਕੋਈ ਐਕਸੀਡੈਂਟ ਹੋ ਗਿਆ, ਸਰੀਰ ਦਾ ਕੋਈ ਇੱਕ ਅੰਗ ਜਾਂਦਾ ਰਿਹਾ, ਕੋਈ ਹੱਥ ਦੀ ਉਂਗਲ, ਕੋਈ ਅੱਖ ਜਾਂ ਕੰਨਾਂ ਤੋਂ ਸੁਣਨੋਂ ਹਟ ਗਿਆ, ਜਾਂ ਲੱਤ ਜਾਂ ਬਾਂਹ, ਹੈ ਨਾ, ਕੋਈ ਹਿੱਸਾ ਜਾਂਦਾ ਰਿਹਾ, ਤਾਂ ਉਹਦਾ ਭਾਵ ਇੱਥੇ ਅੰਗਹੀਣ ਦਾ ਭਾਵ ਇੱਥੇ ਇਹ ਨਹੀਂ ਹੈ ਵੀ ਉਹਨਾਂ ਤੋਂ ਨਫ਼ਰਤ ਕੀਤੀ ਜਾਂਦੀ ਆ ਜਾਂ ਉਹਨਾਂ ਨੂੰ ਕਿਸੇ ਰੂਪ ਦੇ ਵਿੱਚ ਘੱਟ ਸਮਝਿਆ ਜਾਂਦਾ, ਨਹੀਂ। ਇੱਥੇ ਭਾਵ ਹੈਗਾ ਬਈ ਜਦੋਂ ਤੁਸੀਂ ਅੰਮ੍ਰਿਤ ਛਕਾਣਾ ਤਾਂ ਉਹਦੇ ਲਈ ਜਿਹੜੇ ਤਿਆਰ ਬਰ ਤਿਆਰ ਨੇ, ਜਿਨ੍ਹਾਂ ਦਾ ਸਰੀਰ ਸਾਬਤ ਹੈਗਾ, ਜਿਨ੍ਹਾਂ ਦੇ ਸਾਰੇ ਅੰਗ ਸਾਬਤ ਨੇ, ਉਹ ਲੋਕ ਬੜੇ ਆਰਾਮ ਦੇ ਨਾਲ ਸਾਰੀ ਮਰਿਆਦਾ ਨੂੰ ਨਿਭਾ ਸਕਦੇ ਨੇ। ਇਹਨਾਂ 'ਚ ਕੋਈ ਅੰਨਾ, ਕਾਣਾ, ਲੰਘਾ ਤੋਂ ਭਾਵ ਲੱਤਾਂ ਤੋਂ ਕੋਈ ਆਂਝਾ ਹੋਵੇ, ਲੂਲਾ, ਲੰਗੜਾ, ਦੀਰਘ ਰੋਗ ਵਾਲਾ ਨਾ ਹੋਵੇ, ਜਿਹਨੂੰ ਕੋਈ ਭਿਆਨਕ ਬਿਮਾਰੀ ਲੱਗੀ ਹੈ ਉਹ ਨਾ ਹੋਵੇ। ਤਨਖਾਹੀਆ ਵੀ ਕੋਈ ਨਾ ਹੋਵੇ। ਹੁਣ ਤਨਖਾਹੀਆ ਕੌਣ ਹੁੰਦਾ, ਇਹ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਵੈਸੇ ਤਨਖਾਹੀਏ ਦਾ ਅਰਥ ਹੁੰਦਾ ਜਿਹਨੇ ਅੰਮ੍ਰਿਤ ਛਕ ਕੇ ਕੋਈ ਕੁਰੈਤ ਕਰ ਦਿੱਤੀ ਤੇ ਹਾਲੇ ਅਰਦਾਸ ਕਰਵਾਈ ਕੋਈ ਨਹੀਂ, ਉਹ ਤਨਖਾਹੀਆ ਹੈ। ਸਾਰੇ ਤਿਆਰ ਬਰ ਤਿਆਰ ਦਰਸ਼ਨੀ ਸਿੰਘ ਹੋਣ, ਤਿਆਰ ਬਰ ਤਿਆਰ ਹੋਣ, ਦਰਸ਼ਨੀ ਹੋਣ, ਅੰਗਹੀਣ ਕੋਈ ਨਾ ਹੋਵੇ। ਅੰਗਹੀਣ ਦਾ ਭਾਵ ਅਰਥ ਆਪਾਂ ਸਮਝ ਲਿਆ ਹੋਇਆ ਵੀ ਨਫ਼ਰਤ ਕੋਈ ਨਹੀਂ, ਸਿਰਫ ਮਰਿਆਦਾ ਨਿਭਾਉਣ ਦੇ ਵਿੱਚ ਅੰਗਹੀਣ ਨੂੰ ਪਰੇਸ਼ਾਨੀ ਆਉਣੀ ਹੈ, ਇਸ ਲਈ ਸਾਰੇ ਤਿਆਰ ਬਰ ਤਿਆਰ ਦਰਸ਼ਨੀ ਸਿੰਘ ਹੋਣੇ ਚਾਹੀਦੇ ਨੇ। ਸੱਸਾ, ਹਰ ਦੇਸ਼, ਹਰ ਮਜ਼ਹਬ ਤੇ ਹਰ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ, ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ। ਸੱਸੇ ਪੁਆਇੰਟ ਦਾ ਇਹ ਪਹਿਲਾ ਹਿੱਸਾ ਆ ਵੀ ਹਰ ਦੇਸ਼, ਹਰ ਮਜ਼ਹਬ, ਹਰ ਜਾਤੀ, ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਪੂਰਾ ਅਧਿਕਾਰ ਆ, ਭਾਵੇਂ ਔਰਤ ਆ, ਭਾਵੇਂ ਪੁਰਸ਼ ਆ, ਕੋਈ ਵੀ ਦੇਸ਼ ਆ, ਕੋਈ ਵੀ ਪਿਛਲਾ ਧਰਮ ਆ ਤੁਹਾਡਾ, ਕੋਈ ਵੀ ਤੁਹਾਡੀ ਜਾਤੀ ਆ, ਅੰਮ੍ਰਿਤ ਛਕਣ ਦਾ ਤੁਸੀਂ ਅਧਿਕਾਰ ਰੱਖਦੇ ਹੋ, ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸ ਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ। ਪਰ ਇੱਕ ਸ਼ਰਤ ਤੇ, ਜੇਕਰ ਤੁਸੀਂ ਪ੍ਰਣ ਕਰਦੇ ਹੋ ਬਈ ਹਾਂ ਅੰਮ੍ਰਿਤ ਛਕਣ ਤੋਂ ਪਿੱਛੋਂ ਅਸੀਂ ਸਿੱਖ ਧਰਮ ਦੇ ਅਸੂਲਾਂ ਉੱਪਰ ਆਪਣੀ ਜ਼ਿੰਦਗੀ 'ਚ ਪਹਿਰਾ ਦੇਵਾਂਗੇ। ਕਦੀ ਐਸਾ ਨਹੀਂ ਹੋਏਗਾ ਬਈ ਅਸੀਂ ਸਿੱਖ ਧਰਮ ਦੇ ਅਸੂਲਾਂ ਨੂੰ ਪਿੱਠ ਦੇ ਕੇ ਪਰੇ ਹੋ ਜਾਵਾਂਗੇ। ਅਸੂਲਾਂ 'ਤੇ ਪਹਿਰਾ ਦੇਣ ਵਾਲੇ ਜੋ ਹੋਣ, ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਣਾ ਚਾਹੀਦਾ ਆ, ਕਿਸੇ ਵੀ ਧਰਮ ਦੇ ਹੋਣ, ਤੇ ਇਹਨਾਂ ਦੇ ਵਿੱਚ ਕੋਈ ਵੀ ਹੋ ਸਕਦਾ ਆ। ਅੱਗੇ ਹੈ ਜੀ ਸੱਸੇ ਪੁਆਇੰਟ ਦੇ ਵਿੱਚ, ਬਹੁਤ ਛੋਟੀ ਅਵਸਥਾ ਦਾ ਨਾ ਹੋਵੇ, ਹੋਸ਼ ਸੰਭਾਲੀ ਹੋਵੇ। ਬੱਚੇ ਨੇ ਬਹੁਤੀ ਛੋਟੀ ਉਮਰ ਦਾ ਨਾ ਹੋਵੇ, ਹੋਸ਼ ਸੰਭਾਲ ਰੱਖੀ ਹੋਵੇ, ਸੁਰਤ ਹੋਵੇ, ਆਪਣੇ ਸਰੀਰ ਦੀ ਕਿਰਿਆ ਕਰਨ ਦੀ ਸਮਝ ਹੋਵੇ, ਇਸ਼ਨਾਨ ਖੁਦ ਕਰ ਸਕਦਾ ਹੋਵੇ, ਕੇਸਾਂ ਨੂੰ ਖੁਦ ਵਾਹ ਸਕਦਾ ਹੋਵੇ, ਦਸਤਾਰ ਆਪ ਸਜਾ ਸਕਦਾ ਹੋਵੇ। ਕਿਉਂਕਿ ਜੇ ਮੰਨ ਲਓ ਵੀ ਨਿਆਣੇ ਨੇ, ਘਰ 'ਚ ਨੇ, ਤੇ ਮਾਪੇ ਉਹਨਾਂ ਨੂੰ ਨਵਾ ਦਿੰਦੇ ਆ, ਉਹਨਾਂ ਦੇ ਸਿਰ 'ਤੇ ਦਸਤਾਰ ਬੰਨ੍ਹ ਦਿੰਦੇ ਆ, ਕੇਸ ਵਾਹ ਦਿੰਦੇ ਆ, ਪਰ ਕਿਸੇ ਕਾਰਨ ਬੱਚੇ ਨੇ ਕੋਈ ਟੂਰ ਆ, ਕੋਈ ਪਿਕਨਿਕ ਆ, ਸਕੂਲ ਵਾਲੇ ਉਹਨਾਂ ਨੂੰ ਆਊਟਡੋਰ ਲੈ ਕੇ ਜਾ ਰਹੇ ਨੇ ਕਿਸੇ ਥਾਂ ਦੇ ਉੱਪਰ, 2 ਦਿਨ ਦਾ ਉਹਨਾਂ ਦਾ ਰਹਿਣ ਦਾ ਬਣਦਾ ਆ ਸਬੱਬ, ਤਾਂ ਫਿਰ ਉਸ ਸਮੇਂ ਉਹਦੀ ਦੇਖਭਾਲ ਕੌਣ ਕਰੇਗਾ? ਕਿਉਂਕਿ ਪੇਰੈਂਟਸ ਦੇ ਘਰ ਵਿੱਚ ਨੇ, ਮਾਪੇ ਦੇ ਘਰ ਵਿੱਚ ਨੇ। ਇਸ ਲਈ ਹੋਸ਼ ਸੰਭਾਲੀ ਹੋਵੇ, ਆਪਣੀ ਕਿਰਿਆ ਆਪ ਸੋਧਣ ਜੋਗਾ ਹੋਵੇ। ਅੰਮ੍ਰਿਤ ਛਕਣ ਵੇਲੇ ਹਰ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਅੰਮ੍ਰਿਤ ਛਕਣ ਵਾਲੇ ਜਿੰਨੇ ਵੀ ਗੁਰਮੁਖ ਹਨ, ਮਾਈ ਭਾਈ, ਉਹਨਾਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਹਰ ਇੱਕ 5 ਕਕਾਰ, ਕੇਸ, ਕਿਰਪਾਨ ਗਾਤਰੇ ਵਾਲੀ, ਕਛਹਿਰਾ, ਕੰਘਾ ਤੇ ਕੜਾ ਦਾ ਧਾਰਨੀ ਹੋਵੇ। ਮਾਈ ਭਾਈ ਸਾਰੇ ਹੀ 5 ਕਕਾਰਾਂ ਦੇ ਧਾਰਨੀ ਹੋਣ, ਕੇਸ ਤੇ ਰੱਖਣੇ ਜ਼ਰੂਰੀ ਨੇ, ਕੜਾ ਹੋਵੇ, ਕਿਰਪਾਨ ਹੋਵੇ, ਕਛਹਿਰਾ ਹੋਵੇ ਤੇ ਸਿਰ 'ਚ ਕੰਘਾ ਹੋਵੇ। ਇਹ 5 ਕਕਾਰ ਧਾਰਨ ਕੀਤੇ ਹੋਏ ਹੋਣ, ਤੇ ਕਿਰਪਾਨ ਗਾਤਰੇ ਵਾਲੀ ਹੋਣੀ ਚਾਹੀਦੀ ਹੈ। ਇੱਕ ਉਹ ਜਿਹੜੀ ਟੱਗ 'ਚ ਪਾਈ ਹੁੰਦੀ ਆ ਉਹ ਨਹੀਂ ਹੋਣੀ ਚਾਹੀਦੀ, ਡੋਰੀ 'ਚ। ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਕਿਸੇ ਹੋਰ ਧਰਮ ਦਾ ਕੋਈ ਚਿੰਨ੍ਹ ਉਸਨੇ ਧਾਰਨ ਨਾ ਕੀਤਾ ਹੋਵੇ, ਨਾ ਹੀ ਕੋਈ ਲਾਲ ਪੀਲਾ ਤਾਗਾ, ਨਾ ਕੋਈ ਲਾਲ ਪੀਲੀ ਮੁੰਦਰੀ, ਤੇ ਨਾ ਕਿਸੇ ਕੋਈ ਕ੍ਰੋਸ ਜਾਂ ਕੋਈ ਹੋਰ ਚੀਜ਼ ਉਹਦੇ ਕੋਲ ਨਾ ਹੋਵੇ। ਤੇ ਲਿਖਿਆ ਹੋਇਆ ਜੀ, ਅਨਮਤ ਦਾ ਕੋਈ ਚਿੰਨ੍ਹ ਨਾ ਹੋਵੇ, ਸਿਰ ਨੰਗਾ ਜਾਂ ਟੋਪੀ ਨਾ ਹੋਵੇ, ਸਿਰ ਤੋਂ ਨੰਗਾ ਨਾ ਹੋਵੇ, ਦਸਤਾਰ ਲਈ ਹੋਵੇ, ਟੋਪੀ ਨਾ ਪਹਿਨੀ ਹੋਵੇ, ਛੇਦਕ ਗਹਿਣੇ ਕੋਈ ਨਾ ਹੋਣਾ।
ਛੇਦਕ ਜਿਹੜੇ ਅੰਗ ਛੇਦਕ, ਜਿੱਦਾਂ ਕੰਨਾਂ ਦੇ ਵਿੱਚ ਸੁਰਾਖ ਮਾਰ ਕੇ ਹੈ ਨਾ ਗਹਿਣਾ ਪਾਇਆ ਜਾਂਦਾ, ਨੱਕ 'ਚ ਸੁਰਾਖ ਮਾਰ ਕੇ, ਉਹ ਜਾਣੀ ਛੇਦਕ ਗਹਿਣੇ ਨਾ ਪਾਏ ਹੋਣ। ਉੱਦਾਂ ਗਹਿਣਿਆਂ 'ਤੇ ਪਾਬੰਦੀ ਨਹੀਂ ਹੈ, ਪਰ ਜਿਹੜੇ ਅੰਗ ਛੇਦਕ ਗਹਿਣੇ ਆ ਉਹ ਨਾ ਪਾਏ ਹੋਣ। ਸਿੱਖ ਧਰਮ ਦੇ ਵਿੱਚ ਛੇਦਕ ਗਹਿਣਿਆਂ ਦੇ ਉੱਪਰ ਪਾਬੰਦੀ ਲਾਈ ਗਈ ਹੈ, ਕਿਉਂਕਿ ਛੇਦਕ ਗਹਿਣੇ ਸਾਧ ਸੰਗਤ ਗੁਲਾਮੀ ਦੀ ਨਿਸ਼ਾਨੀ ਆ। ਤੁਸੀਂ ਵੇਖਿਆ ਹੀ ਹੋਣਾ ਘਰਾਂ 'ਚ ਜਿਨ੍ਹਾਂ ਨੇ ਬੈਲ ਆਦਿਕ ਰੱਖੇ ਹੋਏ ਆ, ਉਹਦਾ ਨੱਕ ਛੇਦ ਕੇ ਉਹਦੇ ਵਿੱਚ ਦੀ ਨਕੇਲ ਪਾ ਕੇ ਰੱਖਦੇ ਆ। ਨੱਕ ਛੇਦ ਕੇ ਉਹਦੇ ਵਿੱਚ ਦੀ ਨਕੇਲ ਪਾ ਕੇ ਰੱਖਦੇ ਆ। ਉਹ ਨਕੇਲ ਕਾਹਦੇ ਵਾਸਤੇ ਹੁੰਦੀ ਆ? ਗੁਰਬਾਣੀ ਦੀ ਇੱਕ ਤੁਕ ਪੜ੍ਹਦੇ ਹੋ ਨਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਹੁਣ ਉਹ ਇੱਦਾਂ ਵੀ ਜਿਵੇਂ ਉਹ ਗੁਲਾਮਾਂ ਦੀ ਸਥਿਤੀ ਦੱਸੀ ਗਈ ਆ ਉੱਥੇ, ਵੀ ਨੱਕ 'ਚ ਨੱਥ ਪਾ ਕੇ ਇੱਦਾਂ ਖਿੱਚਿਆ ਜਾਂਦਾ, ਫਿਰ ਜਿੱਧਰ ਨੂੰ ਖਿੱਚਿਆ ਜਾਂਦਾ ਉੱਧਰ ਚਲੇ ਜਾਂਦੇ ਆ। ਇੱਦਾਂ ਹੀ ਔਰਤਾਂ ਦੇ ਨੱਕ 'ਚ ਨਕੇਲ ਦੇ ਰੂਪ ਦੇ ਵਿੱਚ ਉਹਨਾਂ ਦਾ ਨੱਕ ਵਿੰਨ੍ਹਿਆ ਜਾਂਦਾ ਸੀ। ਉਹ ਹੌਲੀ ਹੌਲੀ ਸੈਂਟਰ 'ਚੋਂ ਦੀ ਥਾਂ 'ਤੇ ਇੱਕ ਪਾਸਿਓਂ ਆ ਗਿਆ, ਇਹਦੇ ਕੰਨਾਂ 'ਚ ਆ ਗਿਆ। ਇਹ ਗੁਲਾਮੀ ਦੀ ਨਿਸ਼ਾਨੀ ਸੀ, ਅਤੇ ਸਿੱਖ ਧਰਮ ਆਜ਼ਾਦ ਸੋਚ ਵਾਲਾ ਧਰਮ ਆ, ਇਸ ਲਈ ਇੱਥੇ ਗੁਲਾਮਾਂ ਦੀਆਂ ਨਿਸ਼ਾਨੀਆਂ ਨੂੰ ਕੋਈ ਥਾਂ ਨਹੀਂ ਆ। ਇਸੇ ਕਰਕੇ ਛੇਦਕ ਗਹਿਣਿਆਂ ਦੇ ਉੱਪਰ ਪਾਬੰਦੀ ਆ। ਸੋ ਛੇਦਕ ਗਹਿਣੇ ਨਾ ਪਾਏ ਹੋਏ ਹੋਣ। ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੜਾ ਹੋਵੇ, ਬਾ ਅਦਬ ਇੱਦਾਂ ਹੱਥ ਜੋੜੇ ਹੋਣ, ਅਤੇ ਗੁਰੂ ਸਾਹਿਬ ਦੇ ਹਜ਼ੂਰ ਅਬਲਾਖੀ ਹੋ ਕੇ, ਸਾਵਧਾਨ ਹੋ ਕੇ ਖੜਿਆ ਹੋਵੇ। ਜੇ ਕਿਸੇ ਨੇ ਕੁਰੈਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿੱਚ 5 ਪਿਆਰੇ ਤਨਖਾਹ ਲਾ ਦੇਣਾ। ਹੁਣ ਆ ਗਿਆ ਨਾ, ਤਨਖਾਹੀਆ ਕੌਣ ਹੁੰਦਾ? ਜੇ ਕਿਸੇ ਨੇ ਕੁਰੈਤ ਕਰਨ ਕਰਕੇ ਮੁੜ ਅੰਮ੍ਰਿਤ ਛਕਣਾ ਹੈ, ਕੁਰੈਤ ਕਰਨੀ ਹੈ, ਕਰ ਦਿੱਤੀ, ਖਿਮਾ ਕਰਨੀ, ਕੁਰੈਤ ਹੋ ਗਈ, ਕੋਈ ਭੁੱਲ ਹੋ ਗਈ ਜਾਣੇ ਅਣਜਾਣੇ, ਤਾਂ ਉਹ ਭੁੱਲ ਆਪਣੀ ਬਖਸ਼ਾਉਣ ਲਈ 5 ਪਿਆਰਿਆਂ 'ਚ ਪੇਸ਼ ਹੋਇਆ ਅਤੇ ਮੁੜ ਅੰਮ੍ਰਿਤ ਛਕਣ ਆਇਆ। ਫਿਰ 5 ਪਿਆਰਿਆਂ ਨੂੰ ਦੱਸੇ ਜੀ ਵੀ ਮੈਂ ਕੁਰੈਤੀਆਂ ਵਾਂ, ਮੇਰੇ ਤੋਂ ਆ ਫਲਾਣੀ ਭੁੱਲ ਹੋਈ ਸੀ, ਤਾਂ ਫਿਰ 5 ਪਿਆਰੇ ਉਹਨੂੰ ਸੰਗਤ ਵਿੱਚੋਂ ਵੱਖਰਾ ਕਰਕੇ, ਸਾਰਿਆਂ ਦੇ ਸਾਹਮਣੇ ਨਹੀਂ, ਕਿਉਂਕਿ ਹਰ ਇੱਕ ਦੀ ਇੱਕ ਸੈਲਫ ਰਿਸਪੈਕਟ ਹੁੰਦੀ ਆ, ਉਹਨੂੰ ਵੱਖਰਿਆਂ ਕਰਕੇ ਉਹਦੇ ਤੋਂ ਪੁੱਛਣ ਕੀ ਭੁੱਲ ਹੋਈ ਹੈ, ਅਤੇ ਫਿਰ ਉਹਨੂੰ ਵੱਖਰਿਆਂ ਕਰਕੇ ਦੱਸ ਦੇਣ, ਭਾਈ ਤੈਨੂੰ ਇੰਨੇ ਦਿਨਾਂ ਵਾਸਤੇ ਆ ਸੇਵਾ ਲਾਈ ਜਾਂਦੀ ਆ। ਉਹ ਜਿਹੜੀ ਸੇਵਾ ਲਾਉਣੀ ਆ ਉਹਨੂੰ ਕਹਿ ਦਿੰਦੇ ਆ ਤਨਖਾਹ ਲਾਉਣੀ। ਜਿਵੇਂ ਤਨਖਾਹ ਸਾਡੇ ਲਈ ਇੱਕ ਗੁਜ਼ਾਰਾ ਹੁੰਦਾ ਆ, ਹੈ ਨਾ, ਇੱਦਾਂ ਹੀ ਇਹ ਜਿਹੜੀ ਸਿੱਖ ਧਰਮ 'ਚ ਤਨਖਾਹ ਲਾਈ ਜਾਂਦੀ ਆ, ਇਹ ਵੀ ਜੀਵਨ ਨੂੰ ਸਵਾਰਨ ਵਾਸਤੇ ਲਾਈ ਜਾਂਦੀ ਆ, ਤਾਂ ਕਿ ਸਾਨੂੰ ਆਪਣੀ ਭੁੱਲ ਦਾ, ਤਨਖਾਹ ਇਹ ਨਹੀਂ ਹੁੰਦਾ ਵੀ ਝਾੜੂ ਲਾਉਣ ਆ, ਕਈ ਕਹਿ ਦਿੰਦੇ ਨੇ ਤਨਖਾਹ 'ਤੇ ਕਿੰਤੂ ਕਰਦੇ ਆ, ਵੀ ਲਓ ਦੇਖੋ ਜੀ ਤਨਖਾਹ ਲਾਈ ਆ ਕਿ 5 ਦਿਨ ਝਾੜੂ ਲਾਓ। ਦਰਅਸਲ ਤਨਖਾਹ ਨੂੰ ਤੁਸੀਂ ਐਵੇਂ ਨਾ ਜਾਣੋ ਵੀ ਸਿਰਫ ਜੁੱਤੀਆਂ ਹੀ ਮਾਰਨੀਆਂ ਹੁੰਦੀਆਂ ਸਿਰ 'ਚ, ਨਹੀਂ, ਉਹ 'ਤੇ ਗਲਤੀ ਦਾ ਅਹਿਸਾਸ ਕਰਾਉਣਾ ਹੁੰਦਾ। ਤਨਖਾਹ 'ਤੇ ਬਸ ਇੱਦਾਂ ਹੁੰਦੀ, ਜੇ ਤੁਹਾਨੂੰ 10 ਦਿਨ ਮਤਲਬ ਵੀ ਜਪਜੀ ਸਾਹਿਬ ਦਾ ਪਾਠ ਕਰਨ ਨੂੰ ਵੀ ਆਖਿਆ ਗਿਆ, ਜਾਂ 5 ਦਿਨ ਸੰਗਤ ਦੇ ਜੂਠੇ ਭਾਂਡੇ ਮਾਂਜਣ ਨੂੰ ਆਖਿਆ ਗਿਆ, ਜਾਂ 20 ਦਿਨ ਤੁਹਾਨੂੰ ਜੋੜੇ ਝਾੜਨ ਨੂੰ ਆਖਿਆ ਗਿਆ, ਜਾਂ ਤੁਹਾਨੂੰ ਇੱਕ ਸਹਿਜ ਪਾਠ ਕਰਨ ਨੂੰ ਆਖਿਆ ਗਿਆ, ਜਾਂ ਤੁਹਾਨੂੰ 100 ਰੁਪਏ ਦੀ ਦੇਗ ਕਰਾਉਣ ਨੂੰ ਆਖਿਆ ਗਿਆ, ਇਹ ਤਾਂ ਸਿਰਫ ਇਹ ਆ ਇੱਕ ਬਈ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏ ਵੀ ਹਾਂ ਅਸੀਂ ਭੁੱਲ ਕੀਤੀ ਹੈ, ਪਬਲਿਕਲੀ ਤੁਹਾਨੂੰ ਇਹ ਅਹਿਸਾਸ ਹੋ ਜਾਏ। ਜਦੋਂ ਅਹਿਸਾਸ ਹੋਏਗਾ ਤਾਂ ਇੱਕ ਸ਼ਰਮਿੰਦਗੀ ਦੇ ਅੰਦਰ ਹੋਏਗੀ ਹੈ। ਜਦੋਂ ਤੱਕ ਜਿਹਨੂੰ ਗਲਤੀ ਦਾ ਅਹਿਸਾਸ ਨਹੀਂ ਨਾ ਹੁੰਦਾ, ਉਹਨੂੰ ਸ਼ਰਮਿੰਦਗੀ ਵੀ ਨਹੀਂ ਆਉਂਦੀ, ਲੱਜਾ ਵੀ ਨਹੀਂ ਆਉਂਦੀ। ਅਤੇ ਜਿਹਨੂੰ ਲੱਜਾ ਆਉਂਦੀ ਆ, ਜਿਹਨੂੰ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਆ, ਉਹ ਮੁੜ ਕੇ ਗਲਤੀ ਨਹੀਂ ਕਰਦਾ, ਉਹ ਦੁਬਾਰਾ ਗਲਤੀ ਨਹੀਂ ਕਰਦਾ। ਦੁਬਾਰਾ ਗਲਤੀ ਤੋਂ ਸੁਚੇਤ ਕਰਨ ਲਈ ਤਨਖਾਹ ਲਾਈ ਜਾਂਦੀ ਹੈ। ਸੋ ਤਨਖਾਹ 5 ਪਿਆਰੇ ਸਾਹਿਬਾਨ ਕਿਸੇ ਵੀ ਰੂਪ 'ਚ ਲਾਉਂਦੇ ਆ, ਤਾਂ ਉਹਨਾਂ ਦੇ ਉੱਪਰ ਤੁਹਾਨੂੰ ਇਹ ਕਿੰਤੂ ਨਹੀਂ ਹੋਣਾ ਚਾਹੀਦਾ। ਤਨਖਾਹ ਕਿਸੇ ਵੀ ਰੂਪ ਦੀ ਹੋ ਸਕਦੀ ਆ, ਸਿਰਫ ਤੁਹਾਨੂੰ ਅਹਿਸਾਸ ਕਰਾਉਣ ਲਈ ਹੁੰਦੀ ਆ। ਸੋ ਤਨਖਾਹ ਲਾ ਦੇਣ। ਅੱਗੇ ਜੀ ਕੱਕਾ ਨੰਬਰ ਪੁਆਇੰਟ, ਅੰਮ੍ਰਿਤ ਛਕਾਉਣ ਵਾਲੇ 5 ਪਿਆਰਿਆਂ ਵਿੱਚੋਂ ਕੋਈ ਇੱਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖੀਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ। ਹੁਣ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਜਿਹੜੀ ਸੰਗਤ ਇਕੱਤਰ ਹੋਈ ਹੈ, ਉਹਨਾਂ ਸਾਰਿਆਂ ਨੂੰ 5 ਪਿਆਰੇ ਸਾਹਿਬਾਨ ਦੇ ਵਿੱਚੋਂ ਕੋਈ ਇੱਕ ਗੁਰਮੁਖ ਸਾਰੀ ਸੰਗਤ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ ਵੀ ਭਾਈ ਜਿਹੜੇ ਧਰਮ ਦੇ ਵਿੱਚ ਤੁਸੀਂ ਪ੍ਰਵੇਸ਼ ਕਰਨਾ ਆ, ਤੁਸੀਂ ਅੰਮ੍ਰਿਤ ਛਕ ਕੇ ਸਿੱਖ ਸਜਣਾ ਆ, ਗੁਰੂ ਸਾਹਿਬ ਦੇ ਪੰਥ ਵਿੱਚ ਸ਼ਾਮਲ ਹੋਣਾ, ਇਹਦੇ ਅਸੂਲ ਕੀ ਨੇ। ਜੇ ਅਸੂਲਾਂ ਦਾ ਪਤਾ ਹੋਵੇ ਫਿਰ ਆਪਾਂ ਅਗਲੀ ਗੱਲ ਉੱਪਰ ਚੱਲ ਜਾਂਦੇ ਹੁੰਦੇ ਹਾਂ। ਜੇ ਪਹਿਲਾਂ ਸਾਨੂੰ ਅਸੂਲਾਂ ਦਾ ਹੀ ਨਾ ਪਤਾ ਹੋਵੇ ਫਿਰ ਔਖਾ ਹੋ ਜਾਂਦਾ ਆ। ਇਸ ਲਈ ਪਹਿਲਾਂ ਅਸੂਲ ਦੱਸੇ ਜਾਂਦੇ ਆ, ਅਸੂਲ ਸਮਝਾਏ ਜਾਣੇ ਚਾਹੀਦੇ ਆ, ਸਮਝਾਏ ਜਾਂਦੇ ਆ। ਅਸੂਲ ਕੀ ਕੀ ਨੇ ਜੀ? ਸਿੱਖ ਧਰਮ ਵਿੱਚ ਕਿਰਤਮ ਦੀ ਪੂਜਾ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਤੇ ਉਪਾਸਨਾ ਦੱਸੀ ਹੈ। ਭਾਈ ਸਿੱਖ ਧਰਮ 'ਚ ਕਿਰਤਮ ਦੀ ਪੂਜਾ ਨਹੀਂ ਆ,
ਵੀ ਤੁਸੀਂ ਪੱਥਰ ਪੂਜੋ, ਹੈ ਨਾ, ਜਾਂ ਮੜੀਆਂ ਪੂਜੋ, ਜਾਂ ਕਬਰਾਂ ਪੂਜੋ, ਜਾਂ ਇਨਸਾਨਾਂ ਨੂੰ ਪੂਜੋ, ਜਾਂ ਤਸਵੀਰਾਂ ਨੂੰ ਪੂਜੋ, ਜਾਂ ਕਿਸੇ ਹੋਰ ਰੂਪ ਦੇ ਵਿੱਚ ਤੁਸੀਂ ਇੱਦਾਂ ਖਿਆਲ ਬਣਾ ਕੇ ਬੈਠ ਜਾਓ ਵੀ ਅਸੀਂ ਪੂਜਾ ਕਰਨੀ ਹੈ। ਵੀ ਉਹ ਕਿਰਤਮ ਦੀ ਪੂਜਾ ਨੂੰ ਤਿਆਗ ਕੇ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਤੇ ਉਪਾਸਨਾ ਦੱਸੀ ਬਸ। ਕਰਤਾਰ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਹੋਇਆ, ਜਿਹਦੇ ਹੁਕਮ ਦੇ ਵਿੱਚ, ਨੇਮ ਦੇ ਵਿੱਚ ਸਾਰੀ ਸ੍ਰਿਸ਼ਟੀ ਵੱਜੀ ਹੋਈ ਆ, ਉਸ ਦੀ ਪ੍ਰੇਮਾ ਭਗਤੀ ਤੇ ਉਪਾਸਨਾ ਬਸ ਉਹ ਦੱਸੀ ਹੋਈ ਹੈ। ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ ਹੈ ਭਾਈ। ਗੁਰਬਾਣੀ ਦਾ ਅਭਿਆਸ ਤੁਹਾਨੂੰ ਆਪ ਕਰਨਾ ਪੈਣਾ ਇਹਦੀ ਪੂਰਨਤਾ ਲਈ। ਪ੍ਰੇਮਾ ਭਗਤੀ ਪਰਮੇਸ਼ਰ ਦੀ, ਉਹਦੇ ਲਈ ਗੁਰਬਾਣੀ ਦਾ ਅਭਿਆਸ ਕਰਨਾ ਪੈਣਾ। ਸਾਧ ਸੰਗਤ ਤੇ ਪੰਥ ਦੀ ਸੇਵਾ ਕਰਨੀ ਪੈਣੀ ਆ। ਸਾਧ ਸੰਗਤ ਦੀ ਸੇਵਾ ਕਰਾਂਗੇ, ਮਨ ਵਿੱਚ ਨਿਮਰਤਾ ਆਏਗੀ। ਉਪਕਾਰ, ਨਾਮ ਦਾ ਪ੍ਰੇਮ ਤੇ ਅੰਮ੍ਰਿਤ ਛਕ ਕੇ ਰਹਿਤ ਬਹਿਤ ਰੱਖਣਾ ਮੁੱਖ ਸਾਧਨ ਹਨ। ਬਈ ਤੁਸੀਂ ਉਪਕਾਰੀ ਹੋਣਾ, ਪਰਉਪਕਾਰੀ ਹੋਣਾ ਆਪਣੀ ਜ਼ਿੰਦਗੀ ਦੇ ਵਿੱਚ, ਤੇ ਪਰਉਪਕਾਰੀ ਹੋਣ ਦੇ ਨਾਲ ਨਾਲ ਨਾਮ ਦਾ ਪ੍ਰੇਮ, ਪਰਮੇਸ਼ਰ ਦੇ ਨਾਮ ਦਾ ਪ੍ਰੇਮ, ਰੱਬ ਜੀ ਦੀ ਹੋਂਦ ਦਾ ਅਹਿਸਾਸ ਹੋਵੇ। ਸਰਵ ਵਿਆਪਕ ਹਨ ਪਰਮੇਸ਼ਰ, ਸਾਡੀ ਸੁਰਤ ਇਸ ਨੂੰ ਅਨੁਭਵ ਕਰੇ। ਤੇ ਇਹ ਰਹਿਤ ਬਹਿਤ ਰੱਖਣਾ, ਅੰਮ੍ਰਿਤ ਛਕ ਕੇ ਰਹਿਤ ਬਹਿਤ ਰੱਖਣਾ, ਇਹ ਮੁੱਖ ਸਾਧਨ ਹਨ ਰੱਬ ਜੀ ਦੀ ਉਪਾਸਨਾ ਦੇ, ਰੱਬ ਜੀ ਦੀ ਪ੍ਰੇਮਾ ਭਗਤੀ ਦੇ। ਆਦਿਕ ਦੱਸੇ ਜਾਣ ਕਿ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ। ਫਿਰ ਸਾਰੀ ਦੱਸ ਕੇ ਨਾ ਮਰਿਆਦਾ ਇੱਥੇ ਬਰੀਫ 'ਚ ਦੱਸੀ ਗਈ ਹੈ, ਬੜੀ ਸ਼ਾਰਟ 'ਚ ਦੱਸੀ ਗਈ ਹੈ, ਪਰ ਪੰਜ ਪਿਆਰੇ ਸਾਹਿਬਾਨ ਇਹਨੂੰ ਖੁੱਲ੍ਹ ਕੇ ਦੱਸਣ ਵੀ ਆਹ ਤੁਹਾਨੂੰ ਤਿਆਗਣਾ ਪੈਣਾ ਤੇ ਇਹ ਗੱਲਾਂ ਤੇ ਪਹਿਰਾ ਦੇਣਾ ਪੈਣਾ। ਫਿਰ ਸੰਗਤ ਤੋਂ ਪੁੱਛਿਆ ਜਾਏ ਕਿ ਖੁਸ਼ੀ ਨਾਲ ਤੁਸੀਂ ਇਸ ਧਰਮ ਨੂੰ ਕਬੂਲ ਕਰਦੇ ਹੋ। ਅੱਗੇ ਖੱਖਾ ਹਾਂ ਦਾ ਜਵਾਬ ਆਉਣ ਤੇ ਪੰਜ ਪਿਆਰਿਆਂ ਵਿੱਚੋਂ ਕੋਈ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ। ਪੰਜ ਪਿਆਰੇ ਅੰਮ੍ਰਿਤ ਦੀ ਤਿਆਰੀ ਕਰਨ ਲਈ ਬਾਟੇ ਦੇ ਪਾਸ ਆ ਜਾਣ। ਜਦੋਂ ਫਿਰ ਸੰਗਤ ਹਾਂ ਦਾ ਜਵਾਬ ਦੇ ਦੇ ਬਈ ਹਾਂਜੀ ਅਸੀਂ ਤਿਆਰ ਹਾਂ, ਅਸੀਂ ਅੰਮ੍ਰਿਤ ਛਕਣ ਲਈ ਆਏ ਹਾਂ, ਅਸੀਂ ਸਿੱਖ ਧਰਮ ਦੇ ਅਸੂਲਾਂ ਨੂੰ ਸਮਝ ਕੇ ਪ੍ਰਭਾਵਿਤ ਹੋਏ ਹਾਂ, ਅਸੀਂ ਇੱਕ ਇੱਕ ਨੁਕਤੇ ਦੇ ਉੱਪਰ ਪਹਿਰਾ ਦੇਵਾਂਗੇ, ਜੋ ਜੋ ਸਾਨੂੰ ਸਮਝਾਇਆ ਗਿਆ ਉਹਨੂੰ ਅਸੀਂ ਆਪਣੀ ਜ਼ਿੰਦਗੀ 'ਚ ਧਾਰਨ ਕਰਨਾ ਆ। ਜਦੋਂ ਸੰਗਤ ਹਾਂ ਦੇ ਵਿੱਚ ਜਵਾਬ ਦੇ ਦਿੰਦੀ ਹੈ, ਫਿਰ ਪੰਜ ਪਿਆਰਿਆਂ ਵਿੱਚੋਂ ਕੋਈ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦੇ ਲਈ ਅਰਦਾਸਾ ਸੋਧੇ। ਗੁਰੂ ਸਾਹਿਬ ਦੇ ਹਜ਼ੂਰ ਸਨਮੁਖ ਹੋ ਕੇ ਅਰਦਾਸ ਕੀਤੀ ਜਾਏ ਅੰਮ੍ਰਿਤ ਦੀ ਤਿਆਰੀ ਦੇ ਲਈ, ਤੇ ਮੁੜ ਕੇ ਅਰਦਾਸ ਤੋਂ ਪਿੱਛੋਂ ਹੁਕਮ ਲਿਆ ਜਾਏ। ਜਦੋਂ ਹੁਕਮ ਦੀ ਸਮਾਪਤੀ ਹੋ ਗਈ, ਫਿਰ ਪੰਜ ਪਿਆਰੇ ਸਾਹਿਬਾਨ ਬਾਟੇ ਦੇ ਨੇੜੇ ਆ ਜਾਣ ਤਾਂ ਕਿ ਅੰਮ੍ਰਿਤ ਦੀ ਤਿਆਰੀ ਉਹ ਕਰ ਸਕਣ। ਸੋ ਇਹ ਤੇ ਆਰੰਭ ਦੀ ਮਰਿਆਦਾ ਸੀ। ਇਸ ਤੋਂ ਅੱਗੇ ਹੈ ਅੰਮ੍ਰਿਤ ਤਿਆਰ ਕਿਵੇਂ ਕਰਨਾ, ਤੇ ਉਹ ਤਿਆਰ ਕਰਕੇ ਸੰਗਤ 'ਚ ਵਰਤਾਉਣਾ ਕਿਵੇਂ ਹੈ, ਹੈ ਨਾ। ਅਗਲੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਆਪਾਂ ਅਗਲੇ ਹਿੱਸੇ ਵਿੱਚ ਸਾਂਝੀਆਂ ਕਰਾਂਗੇ। ਫਿਲਹਾਲ ਇਸ ਹਿੱਸੇ ਵਿੱਚ ਇੰਨਾ ਹੀ। ਸੋ ਬਣੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ। ਵਾਹਿਗੁਰੂ ਜੀ ਕਾ ਖਾਲਸਾ।